ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਡੂੰਘੀਆਂ ਸਿਖਰਾਂ। ਮੁਸਕਰਾਹਟ ਦੀ ਵਿਆਕਰਨ। ਮੁਸਕਰਾਹਟ ਸੁਨੇਹਾ ਦਿੰਦੀ ਹੈ ਕਿ ਦਿਲ ਦੇ ਪੱਖੋਂ ਸੁੱਖ ਸਾਂਦ ਹੈ। ਮੁਸਕਰਾਹਟ ਹੁੰਦੀ ਕਮਾਨ ਵਾਂਗ ਟੇਢੀ ਹੈ, ਪਰ ਇਸ ਦਾ ਅਸਰ ਤੀਰ ਵਾਂਗ ਸਿੱਧਾ ਹੁੰਦਾ ਹੈ। ਜਿਸ ਦੀ ਮੁਸਕਰਾਹਟ ਸੋਹਣੀ ਹੈ, ਉਸ ਨੂੰ ਕਿਸੇ ਪ੍ਰਕਾਰ ਦੇ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ। ਮੁਸਕਰਾਹਟ ਦਾ ਅਭਿਆਸ ਬਚਪਨ ਵਿੱਚ ਹੀ ਆਰੰਭ ਹੋ ਜਾਂਦਾ ਹੈ। ਬੱਚਾ ਜਦੋਂ ਮੁਸਕਰਾ ਕੇ ਮਾਂ ਵੱਲ ਵੇਖਦਾ ਹੈ ਤਾਂ ਮਾਂ ਦੇ ਅੰਗਾਂ ਵਿੱਚ ਰੌਣਕ ਪਸਰ ਜਾਂਦੀ ਹੈ ਅਤੇ ਉਸ ਨੂੰ ਚਾਅ ਚੜ੍ਹ ਜਾਂਦਾ ਹੈ ਅਤੇ ਮਾਂ ਬੱਚੇ ਨੂੰ ਚੁੰਮ ਲੈਂਦੀ ਹੈ। ਸੁੱਤੇ ਹੋਏ ਬੱਚੇ ਦੇ ਚਿਹਰੇ 'ਤੇ ਹਲਕੀ ਜਿਹੀ ਮੁਸਕਰਾਹਟ ਹੁੰਦੀ ਹੈ, ਜਿਸ ਨੂੰ ਵੇਖ ਕੇ ਵੇਖਣ ਵਾਲੇ ਨੂੰ ਵੀ ਆਪਣੇ ਸੁੰਦਰ ਹੋਣ ਦਾ ਅਹਿਸਾਸ ਹੁੰਦਾ ਹੈ। ਜਾਗਦੇ ਬੱਚੇ ਉੱਪਰ ਵੱਲ ਵੇਖਦੇ ਹਨ ਅਤੇ ਉੱਪਰ ਵੱਲ ਵੇਖਿਆ ਪਤਾ ਲੱਗਦਾ ਹੈ ਕਿ ਬਹੁਤੇ ਵਿਅਕਤੀਆਂ ਦੇ ਚਿਹਰੇ ਲਟਕੇ ਹੋਏ ਹੁੰਦੇ ਹਨ ਅਤੇ ਲਟਕੇ ਹੋਏ ਚਿਹਰੇ ਵੇਖ ਕੇ ਬੱਚੇ ਰੋ ਪੈਂਦੇ ਹਨ। ਮੁਸਕਰਾਉਣ ਵਾਲੇ ਚਿਹਰੇ ਵਿੱਚ ਗੋਲਾਈ ਆ ਜਾਂਦੀ ਹੈ ਅਤੇ ਮੁਸਕਰਾਹਟ ਦੀ ਉਪਜਾਈ ਗੋਲਾਈ ਵਿੱਚ ਸੁੰਦਰਤਾ ਹੁੰਦੀ ਹੈ। ਮੁਸਕਰਾਹਟ ਚਿਹਰੇ ਦਾ ਪਹਿਰਾਵਾ ਹੁੰਦੀ ਹੈ ਅਤੇ ਦਿਲ ਦਾ ਗਹਿਣਾ। ਜੋ ਮਰਜ਼ੀ ਪਹਿਨੋ, ਪ੍ਰਭਾਵ ਚਿਹਰੇ ਦਾ ਹੀ ਪਵੇਗਾ। ਚਿਹਰੇ ਉੱਤੇ ਵੀ ਜੋ ਮਰਜ਼ੀ ਲਾਓ, ਜੇ ਚਿਹਰੇ ਉੱਤੇ ਮੁਸਕਰਾਹਟ ਨਹੀਂ ਤਾਂ ਲਾਇਆ ਮਲਿਆ ਕਿਸੇ ਲੇਖੇ ਨਹੀਂ ਲੱਗਦਾ। ਜੇ ਚਿਹਰੇ 'ਤੇ ਮੁਸਕਰਾਹਟ ਹੋਵੇ ਤਾਂ ਸਧਾਰਨ ਕੱਪੜੇ ਵੀ ਫੁਲਕਾਰੀ ਵਾਂਗ ਲੱਗਦੇ ਹਨ। ਇਸਤਰੀਆਂ ਪੁਰਸ਼ਾਂ ਨਾਲੋਂ ਇਸ ਲਈ ਵਧੇਰੇ ਮੁਸਕਰਾਉਂਦੀਆਂ ਹਨ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਪੁਰਸ਼ਾਂ ਤੋਂ ਆਪਣੀ ਗੱਲ ਮਨਵਾਉਣੀ ਹੁੰਦੀ ਹੈ। ਜਿਨ੍ਹਾਂ ਨੂੰ ਅਸੀਂ ਸੋਹਣਾ ਸਮਝਦੇ ਹਾਂ, ਉਹਨਾਂ ਵਿੱਚ ਸਾਡੀ ਦਿਲਚਸਪੀ ਆਪ ਮੁਹਾਰੇ ਜਾਗ ਪੈਂਦੀ ਹੈ। ਜਿਹੜੀ ਚੀਜ਼ ਸਾਨੂੰ ਚੰਗੀ ਲੱਗਦੀ ਹੈ, ਉਸ ਬਾਰੇ ਅਸੀਂ ਨਿਰਪੱਖ ਨਹੀਂ ਹੋ ਸਕਦੇ ਕਿਉਂਕਿ ਸੁੰਦਰਤਾ ਨੂੰ ਵੇਖ ਕੇ ਅਸੀਂ ਆਪਣੀ ਅਕਲ ਨੂੰ ਪਰੇ ਰੱਖ ਦਿੰਦੇ ਹਾਂ। ਮੁਸਕਰਾਉਣ ਨਾਲ ਦੋ ਵਿਅਕਤੀਆਂ ਵਿਚਕਾਰ ਫਾਸਲਾ ਘਟ ਜਾਂਦਾ ਹੈ ਅਤੇ ਕਈ ਵਾਰੀ ਇਹ ਫਾਸਲਾ ਮਿਟ ਵੀ ਜਾਂਦਾ ਹੈ। ਜਿਹੜਾ ਮੁਸਕਰਾਹਟ ਨਾਲ ਸਾਨੂੰ ਹਰਾਉਂਦਾ ਹੈ, ਉਸ ਦਾ ਅਸੀਂ ਵਿਰੋਧ ਜਾਂ ਰੋਸ ਨਹੀਂ ਕਰਦੇ, ਸਗੋਂ ਉਸ ਦਾ ਧੰਨਵਾਦ ਕਰਦੇ ਹਾਂ। ਉਂਝ ਤਾਂ ਹਰ ਥਾਂ ਅਸੀਂ ਆਜ਼ਾਦੀ ਲਈ ਤਾਂਘਦੇ ਹਾਂ, ਪਰ ਸੁੰਦਰਤਾ ਦੀ ਅਸੀਂ ਗੁਲਾਮੀ ਕਰਨੀ ਪਸੰਦ ਕਰਦੇ ਹਾਂ ਅਤੇ ਆਪਣੇ ਪਿਆਰੇ ਦੀ ਕੈਦ ਵਿੱਚ ਹੀ ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ। ਜੇ ਕੋਈ ਸੋਹਣਾ ਵੀ ਹੋਵੇ ਅਤੇ ਮੁਸਕਰਾਵੇ ਵੀ ਤਾਂ ਉਸਦੀ ਸੁੰਦਰਤਾ ਵਿੱਚੋਂ ਖੁਸ਼ਬੂ ਵੀ ਆਉਣ ਲੱਗ ਪੈਂਦੀ ਹੈ। ਮੁਸਕਰਾਹਟ ਨਾ ਉਪਜੇ ਤਾਂ ਪਿਆਰ ਦੀ ਗੱਲਬਾਤ ਰੁਕ ਜਾਂਦੀ ਹੈ। ਹੰਝੂ ਨਾ ਵਗਣ ਤਾਂ ਪ੍ਰੇਮ ਦੀ ਵੇਲ ਸੁੱਕ ਜਾਂਦੀ ਹੈ। ਹੱਸਣ ਦਾ ਢੰਗ ਹਰ ਸਮਾਜ ਦਾ ਵੱਖਰਾ ਹੁੰਦਾ ਹੈ, ਜਦੋਂ ਕਿ ਮੁਸਕਰਾਉਣ ਦਾ ਢੰਗ ਸਭ ਥਾਵਾਂ 'ਤੇ ਇੱਕੋ ਜਿਹਾ ਹੁੰਦਾ ਹੈ। ਧਰਤੀ ਦੇ ਜਿਸ ਭਾਗ ਵਿੱਚ ਲੋਕ ਵੱਸਦੇ ਹਨ, ਉਹਨਾਂ ਦੀ ਮੁਸਕਰਾਹਟ ਉਸ ਥਾਂ ਦੀ ਧਰਤੀ ਵਰਗੀ ਹੁੰਦੀ ਹੈ। ਮੁਸਕਰਾਹਟ ਗਲੋਬਲ ਭਾਸ਼ਾ ਹੈ, ਇਸ ਲਈ ਵਿਆਕਰਨ ਸਭਨੀ ਥਾਈਂ ਇੱਕੋ ਹੈ। ਮੁਸਕਰਾਉਣ ਵਾਲੇ ਦੀ ਹਾਜ਼ਰੀ ਵਿੱਚ ਅਸੀਂ ਸੌਖੇ ਮਹਿਸੂਸ ਕਰਦੇ ਹਾਂ, ਸਾਡਾ ਡਰ ਮੁੱਕ ਜਾਂਦਾ ਹੈ ਅਤੇ ਅਸੀਂ ਪ੍ਰਵਾਨਗੀ ਨੂੰ ਮਾਣਦੇ ਹਾਂ। ਕਿਸੇ ਮੁੱਲਵਾਨ ਗੱਲ ਦੇ ਸਮਝ ਆ ਜਾਣ 'ਤੇ ਵੀ ਮੁਸਕਰਾਹਟ ਉਪਜਦੀ ਹੈ ਅਤੇ ਇਹ ਸਾਡੇ ਸਫਲ ਹੋ ਜਾਣ ਦਾ ਵੀ ਐਲਾਨ ਕਰਦੀ ਹੈ। ਮੁਸਕਰਾਉਂਦਾ ਚਿਹਰਾ ਹਰੇ ਸੇਬਾਂ ਵਿੱਚ ਲਾਲ ਸੇਬ ਵਾਂਗ ਲੱਗਦਾ ਹੈ। ਦੁੱਧ ਉੱਤੇ ਆਈ ਮਲਾਈ ਦੁੱਧ ਦੀ ਮੁਸਕਰਾਹਟ ਹੁੰਦੀ ਹੈ। ਧੋਤੇ ਹੋਏ ਕੱਪੜੇ ਜਾਂ ਮਾਂਜੇ ਹੋਏ ਭਾਂਡੇ ਮੁਸਕਰਾਉਂਦੇ ਹਨ। ਕੰਮ ਵਾਲੀ ਥਾਂ 'ਤੇ ਸਵੇਰੇ ਸਾਰੇ ਇੱਕ ਦੂਜੇ ਨੂੰ ਮੁਸਕਰਾ ਕੇ ਮਿਲਦੇ ਹਨ। ਮੇਰੇ ਇੱਕ ਸਰਜਨ ਡਾਕਟਰ ਮਿੱਤਰ ਹਨ। ਉਹ ਦੱਸ ਰਹੇ ਸਨ ਕਿ ਆਪਰੇਸ਼ਨ ਤੋਂ ਮਗਰੋਂ ਹਾਲ ਚਾਲ ਪੁੱਛਣ 'ਤੇ ਜਦੋਂ ਮਰੀਜ਼ ਮੁਸਕਰਾਵੇ ਤਾਂ ਡਾਕਟਰ ਨੂੰ ਯਕੀਨ ਹੋ ਜਾਂਦਾ ਹੈ ਕਿ ਆਪਰੇਸ਼ਨ ਕਾਮਯਾਬ ਹੋਇਆ ਹੈ। ਅਧਿਆਪਕਾਂ ਦੀਆਂ ਸਮਝਾਈਆਂ ਗੁੱਝੀਆਂ ਗੱਲਾਂ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਮੁਸਕਰਾਹਟਾਂ ਉਪਜਾਉਂਦੀਆਂ ਹਨ। ਨਵੇਂ ਵਿਦਿਆਰਥੀ ਮੁਸਕਰਾਉਂਦੇ ਇੱਕ ਦੂਜੇ ਦੇ ਨੇੜੇ ਆ ਜਾਂਦੇ ਹਨ। ਜਮਾਤੀ ਹੋਣ ਦੇ ਅਧਿਕਾਰ ਨਾਲ ਇੱਕ ਨਵੇਂ ਦਾਖਲ ਹੋਏ ਲੜਕੇ ਨੇ ਆਪਣੀ ਜਮਾਤਨ ਲੜਕੀ ਨੂੰ ਪੁੱਛਿਆ, "ਕਿਤਨੇ ਦਿਨ ਹੋ ਗਏ ਹਨ, ਤੂੰ ਕਾਲਜ ਨਹੀਂ ਆਈ?" ਲੜਕੀ ਨੇ ਘਬਰਾ ਕੇ ਸ਼ਰਮਾਉਂਦਿਆਂ ਮੁਸਕਰਾ ਕੇ ਕਿਹਾ, "ਤੂੰ ਕਦੋਂ ਤੋਂ ਦਿਨ ਗਿਣਨੇ ਸ਼ੁਰੂ ਕਰ ਦਿੱਤੇ ਹਨ?" ਜੇ ਪ੍ਰਸੰਨਤਾ ਵੱਡੀ ਹੋਵੇ ਤਾਂ ਚਿਹਰੇ 'ਤੇ ਮੁਸਕਰਾਹਟਾਂ ਦੀਆਂ ਤਹਿਾਂ ਲੱਗ ਜਾਂਦੀਆਂ ਹਨ। ਜਦੋਂ ਕੋਈ ਭੀੜ ਵਿੱਚੋਂ ਵੇਖ ਕੇ ਮੁਸਕਰਾਏ ਤਾਂ ਅਨੇਕਾਂ ਬੱਤੀਆਂ ਵਿੱਚੋਂ ਉਹੀ ਬੱਤੀ ਜਗ ਰਹੀ ਪ੍ਰਤੀਤ ਹੁੰਦੀ ਹੈ। ਚੋਰ ਜੰਦਰਿਆਂ ਨੂੰ ਵੇਖ ਕੇ ਮੁਸਕਰਾਉਂਦੇ ਹਨ। ਈਰਖਾਲੂ ਦੀ ਮੁਸਕਰਾਹਟ ਵਿੱਚ ਚੁਣੌਤੀ ਹੁੰਦੀ ਹੈ ਅਤੇ ਦੁਸ਼ਮਣ ਦੀ ਮੁਸਕਰਾਹਟ ਵਿੱਚ ਵੰਗਾਰ। ਪਾਗਲ, ਸ਼ਰਾਬੀ ਜਾਂ ਬਦਮਾਸ਼ ਦੀ ਮੁਸਕਰਾਹਟ ਆਪਣੀ ਥਾਂ ਤੋਂ ਹਿੱਲੀ ਹੋਈ ਹੁੰਦੀ ਹੈ। ਹਰ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਆਉਂਦਾ ਹੈ, ਜਿਸ ਦੀਆਂ ਮੁਸਕਰਾਹਟਾਂ ਚੇਤਿਆਂ ਵਿੱਚ ਵਸ ਜਾਂਦੀਆਂ ਹਨ।
ਅਜਿਹੇ ਅਨੋਖੇ ਅਤੇ ਅਨਮੋਲ ਅਨੁਭਵ ਅਕਸਰ ਵਿਆਹ ਤੋਂ ਪਹਿਲਾਂ ਹੁੰਦੇ ਹਨ, ਜਦੋਂ ਸਾਡੇ ਵਿੱਚ ਕੁਰਬਾਨ ਹੋਣ ਅਤੇ ਖਤਰੇ ਮੁੱਲ ਲੈਣ ਅਤੇ ਵੱਡੇ ਘਾਟੇ ਬਰਦਾਸ਼ਤ ਕਰਨ ਦੀ ਹਿੰਮਤ ਅਤੇ ਦਲੇਰੀ ਹੁੰਦੀ ਹੈ। ਵਿਆਹ ਪਾਣੀ ਦਾ ਘੜਾ ਹੁੰਦਾ ਹੈ, ਜਦੋਂ ਕਿ ਆਪੇ ਲੱਭੇ ਪਿਆਰ ਦਾ ਸੁਭਾਅ ਚਸ਼ਮੇ ਵਾਲਾ ਹੁੰਦਾ ਹੈ। ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਆਇਆ ਹੋਵੇਗਾ, ਮੇਰੇ ਜੀਵਨ ਵਿੱਚ ਵੀ ਇੱਕ ਆਈ ਸੀ, ਜਿਸ ਤੋਂ ਪਤਾ ਲੱਗਿਆ ਸੀ ਕਿ ਸੁੰਦਰਤਾ ਉਹ ਹੈ ਜਿਸ ਨੂੰ ਅਸੀਂ ਵੇਖਦੇ ਹਾਂ, ਸੋਹਣਾ ਉਹ ਹੈ ਜਿਹੜਾ ਸਾਨੂੰ ਵੇਖਦਾ ਹੈ। ਉਹ ਮੇਰੀ ਜਮਾਤਨ ਸੀ, ਹੋਰਾਂ ਲਈ ਉਹ ਚਾਨਣ ਮੁਨਾਰਾ ਸੀ, ਮੇਰੇ ਲਈ ਉਹ ਬੰਦਰਗਾਹ ਵੀ ਸੀ। ਉਸ ਦੇ ਦਰਸ਼ਨ ਕਰਨਾ ਮੇਰੀਆਂ ਅੱਖਾਂ ਦਾ ਨਿਤਨੇਮ ਸੀ। ਮੈਨੂੰ ਉਸ ਦਾ ਪਰਛਾਵਾਂ ਵੀ ਮੁਸਕਰਾਉਂਦਾ ਵਿਖਾਈ ਦਿੰਦਾ ਸੀ। ਉਸ ਦੀ ਆਵਾਜ਼ ਵਿੱਚ ਜਲ ਤਰੰਗ ਸੀ। ਉਸ ਦੀ ਤੱਕਣੀ ਆਲੇ ਦੁਆਲੇ ਨੂੰ ਚਿੱਤਰ ਬਣਾ ਦਿੰਦੀ ਸੀ। ਉਹ ਇਕੱਲੀ ਹੀ ਬਹੁਸੰਮਤੀ ਸੀ। ਉਸ ਦੇ ਕਲਾਸ ਵਿੱਚ ਆਉਣ ਨਾਲ ਵਿਆਹ ਵਾਲੀ ਰੌਣਕ ਹੋ ਜਾਂਦੀ ਸੀ। ਉਹ ਆਪਣੀ ਰੋ ਰਹੀ ਸਹੇਲੀ ਨੂੰ ਚੁੱਪ ਕਰਾਉਂਦੀ ਆਪ ਰੋਣ ਲੱਗ ਪੈਂਦੀ ਸੀ। ਉਸ ਦੀ ਹਰ ਚੀਜ਼ ਚੋਰੀ ਕਰਕੇ ਸਾਂਭਣ ਯੋਗ ਸੀ। ਉਸ ਦੀ ਅਮੀਰੀ ਇਹ ਸੀ ਕਿ ਉਹ ਹਰ ਵੇਲੇ ਮੁਸਕਰਾਉਂਦੀ ਰਹਿੰਦੀ ਸੀ। ਉਸ ਨੂੰ ਮੁਸਕਰਾਉਣ ਵਾਸਤੇ ਕੋਈ ਕਾਰਨ ਨਹੀਂ ਸੀ ਲੱਭਣਾ ਪੈਂਦਾ। ਕਈ ਕਹਿੰਦੇ ਸਨ ਕਿ ਉਹ ਆਪਣਾ ਚਿਹਰਾ ਦਰਿਆ ਦੀਆਂ ਛੱਲਾਂ ਵਿੱਚ ਧੋਂਦੀ ਸੀ। ਉਹ ਸਾਡੇ ਸਾਰਿਆਂ ਦੀ ਸੋਚ ਉੱਤੇ ਰਾਜ ਕਰਦੀ ਸੀ। ਉਸ ਦੀ ਸੂਰਤ ਵੇਖ ਕੇ ਸਾਨੂੰ ਸਾਰਿਆਂ ਨੂੰ ਆਪਣੀ ਸ਼ਕਲ ਭੁੱਲ ਜਾਂਦੀ ਸੀ। ਜਿਤਨੀ ਸੁੰਦਰਤਾ ਕਿਸੇ ਵਿੱਚ ਵੇਖਣ ਦੀ ਹਿੰਮਤ ਹੁੰਦੀ ਸੀ, ਉਹ ਉਤਨੀ ਹੀ ਸੁੰਦਰ ਲੱਗਦੀ ਸੀ। ਕਿਸੇ ਵੀ ਤਸਵੀਰ ਵਿੱਚ ਉਸ ਦੀ ਸੁੰਦਰਤਾ ਦੇ ਸਾਰੇ ਪੱਖ ਨਹੀਂ ਸਨ ਆ ਸਕਦੇ। ਚਿੱਤਰਕਾਰ ਜਿਹੜੀ ਸੁੰਦਰਤਾ ਨੂੰ ਚਿੱਤਰ ਵਿੱਚ ਨਹੀਂ ਢਾਲ ਸਕਦੇ, ਸ਼ਾਇਰ ਉਸ ਨੂੰ ਗਜ਼ਲ ਵਿੱਚ ਪੇਸ਼ ਕਰਦੇ ਹਨ। ਉਸ ਨੇ ਸਾਰੀ ਕਲਾਸ ਨੂੰ ਕਵੀ ਬਣਾਇਆ ਹੋਇਆ ਸੀ। ਉਹ ਆਉਂਦੀ ਸੀ ਤਾਂ ਹੀ ਕਲਾਸ ਲੱਗਦੀ ਸੀ। ਪਹਿਲੀ ਵਾਰ ਉਸ ਨੂੰ ਵੇਖ ਕੇ ਮੈਂ ਆਪਣੇ ਮਿੱਤਰ ਨੂੰ ਲਿਖਿਆ ਸੀ, ਮੈਂ ਅੱਜ ਬਹੁਤ ਸੋਹਣਾ ਚਿਹਰਾ ਵੇਖਿਆ ਹੈ, ਦਿਲ ਕਰਦਾ ਹੈ ਤੈਨੂੰ ਆਪਣੀਆਂ ਅੱਖਾਂ ਭੇਜ ਦੇਵਾਂ। ਉਸ ਵਿੱਚ ਆਪਣੀ ਮੁਸਕਰਾਹਟ ਨਾਲ ਹਨੇਰਿਆਂ ਨੂੰ ਰੋਸ਼ਨਾਉਣ ਦੀ ਤਾਕਤ ਸੀ। ਉਸ ਨੂੰ ਵੇਖ ਕੇ ਇੰਝ ਲੱਗਦਾ ਸੀ ਜਿਵੇਂ ਕਿਸੇ ਬੇਘਰੇ ਨੂੰ ਘਰ ਅਤੇ ਕਿਸੇ ਨੂੰ ਡੁੱਬਦੇ ਨੂੰ ਕਿਨਾਰਾ ਮਿਲ ਗਿਆ ਹੋਵੇ। ਉਸ ਦਾ ਦਿਸੀ ਜਾਣਾ ਹੀ ਸਾਡੀ ਪੂਰਨਤਾ ਸੀ। ਦੁਰਭਾਗਵਸ਼ ਇਤਨੀ ਵੱਡੀ ਦੁਨੀਆ ਵੀ ਉਸ ਲਈ ਛੋਟੀ ਹੀ ਸਾਬਤ ਹੋਈ। ਫਿਰ ਉਵੇਂ ਹੀ ਹੋਇਆ ਜਿਵੇਂ ਸੋਹਣੇ ਗੁਲਾਬ ਦੇ ਫੁੱਲਾਂ ਨਾਲ ਹੁੰਦਾ ਹੈ। ਦੂਰੋਂ ਇੱਕ ਸੌਦਾਗਰ ਆਇਆ, ਜਿਹੜਾ ਮਹੀਨਿਆਂ ਵਿੱਚ ਹੀ ਉਸ ਨੂੰ ਵਿਧਵਾ ਕਰ ਗਿਆ ਅਤੇ ਬੱਚੇ ਨੂੰ ਜਨਮ ਦਿੰਦਿਆਂ ਉਹ ਆਪ ਮੁੱਕ ਗਈ। ਸੁਣਿਆ ਸੀ ਪਰੀਆਂ ਮਾਵਾਂ ਨਹੀਂ ਬਣਦੀਆਂ। ਮਨੁੱਖ ਦੀ ਜ਼ਿੰਦਗੀ ਵਿੱਚ ਜਿਉਂ-ਜਿਉਂ ਵਕਤ ਬੀਤਦਾ ਹੈ, ਖੁਸ਼ੀ ਦੀ ਥਾਂ ਦੁਰਘਟਨਾਵਾਂ ਦੀ ਗਿਣਤੀ ਵਧਣ ਕਾਰਨ ਮੁਸਕਰਾਹਟਾਂ ਅਤੇ ਵੈਣਾਂ ਦਾ ਅਨੁਪਾਤ ਬਦਲਦਾ ਰਹਿੰਦਾ ਹੈ। ਮੁਸਕਰਾਹਟ ਅਤੇ ਹਾਸੇ ਵਿੱਚ ਅਨੇਕਾਂ ਸਾਂਝਾਂ ਦੇ ਬਾਵਜੂਦ ਇੱਕ ਬੁਨਿਆਦੀ ਅੰਤਰ ਇਹ ਹੈ ਕਿ ਹਾਸੇ ਦਾ ਸ਼ੋਰ ਹੁੰਦਾ ਹੈ ਅਤੇ ਮੁਸਕਰਾਹਟ ਦੀ ਤਾਕਤ ਉਸ ਦੀ ਖਾਮੋਸ਼ੀ ਵਿੱਚ ਹੁੰਦੀ ਹੈ। ਪੜ੍ਹੇ ਲਿਖੇ ਚੁੱਪ ਸਾਊ ਸਲੀਕੇ ਵਾਲੇ ਹੱਸਣ ਦੀ ਥਾਂ ਮੁਸਕਰਾਉਂਦੇ ਹਨ। ਸਾਡੇ ਧਾਰਮਿਕ ਸਥਾਨ ਹੱਸਣ ਦੀ ਆਗਿਆ ਨਹੀਂ ਦਿੰਦੇ, ਪਰ ਮੁਸਕਰਾਉਣ ਉੱਤੇ ਕੋਈ ਰੋਕ ਨਹੀਂ। ਮੁਸਕਰਾਉਂਦੇ ਅਸੀਂ ਸਤਿਕਾਰ ਵਜੋਂ ਬਰਾਬਰੀ ਦੇ ਆਧਾਰ 'ਤੇ ਹਾਂ, ਜਦੋਂ ਕਿ ਹੱਸਿਆ ਕਿਸੇ ਦੀ ਮੂਰਖਤਾ ਜਾਂ ਕਿਸੇ ਕਮਜ਼ੋਰੀ 'ਤੇ ਹੀ ਜਾਂਦਾ ਹੈ। ਇਹ ਕਮਜ਼ੋਰੀ ਸਰੀਰ ਵਿੱਚ, ਬੁੱਧੀ ਵਿੱਚ, ਵਿਹਾਰ ਆਦਿ ਵਿੱਚ ਕਈ ਪੱਖਾਂ ਤੋਂ ਹੋ ਸਕਦੀ ਹੈ। ਜੇ ਹੱਸਿਆ ਕਿਸੇ ਦੀ ਕਮਜ਼ੋਰੀ ਉੱਤੇ ਜਾਂਦਾ ਹੈ ਤਾਂ ਮੁਸਕਰਾਇਆ ਕਿਸੇ ਦੀ ਸ਼ਕਤੀ ਜਾਂ ਗੁਣ ਉੱਤੇ ਜਾਂਦਾ ਹੈ। ਅਸੀਂ ਦੂਜਿਆਂ ਵਿੱਚ ਉਹਨਾਂ ਗੁਣਾਂ ਦੀ ਪ੍ਰਸ਼ੰਸਾ ਕਰਦੇ ਹਾਂ ਜਿਹੜੇ ਅਸੀਂ ਸਮਝਦੇ ਹਾਂ ਸਾਡੇ ਵਿੱਚ ਵੀ ਹਨ। ਮੁਸਕਰਾਉਣਾ ਪ੍ਰਸ਼ੰਸਾ ਦਾ ਸੰਕੇਤ ਹੁੰਦਾ ਹੈ। ਪ੍ਰਸ਼ੰਸਾ ਮਨੁੱਖ ਦੀ ਬੁਨਿਆਦੀ ਭੁੱਖ ਹੈ। ਜਿਸ ਤੋਂ ਪ੍ਰਸ਼ੰਸਾ ਮਿਲਦੀ ਹੈ, ਸਾਨੂੰ ਉਹ ਆਪ ਵੀ ਚੰਗਾ ਲੱਗਣ ਲੱਗ ਪੈਂਦਾ ਹੈ। ਸਿਆਣੇ ਲੋਕਾਂ ਦੇ ਚਿਹਰੇ 'ਤੇ ਉਦਾਸੀ ਦੀ ਇੱਕ ਝਲਕ ਹੁੰਦੀ ਹੈ, ਇਸ ਲਈ ਉਹਨਾਂ ਦੀ ਮੁਸਕਰਾਹਟ ਵੀ ਇਸ ਉਦਾਸੀ ਦੀ ਛਾਂ ਕਾਰਨ ਡੂੰਘੀ ਹੋ ਜਾਂਦੀ ਹੈ। ਉਹਨਾਂ ਦੀ ਮੁਸਕਰਾਹਟ ਵਿੱਚ ਉਦਾਰਤਾ ਹੁੰਦੀ ਹੈ ਅਤੇ ਉਦਾਰਤਾ ਵਿੱਚ ਮੁਆਫ਼ ਕਰਨ ਅਤੇ ਪ੍ਰਵਾਨ ਕਰਨ ਦੀ ਬਿਰਤੀ ਹੁੰਦੀ ਹੈ। ਉਮਰ ਕੋਈ ਹੋਵੇ, ਮੁਸਕਰਾਉਂਦੇ ਅਸੀਂ ਜਵਾਨ ਲੱਗਦੇ ਹੀ ਨਹੀਂ, ਜਵਾਨੀ ਨੂੰ ਮਹਿਸੂਸ ਵੀ ਕਰਦੇ ਹਾਂ। ਇਸਤਰੀਆਂ ਮੁਸਕਰਾ ਕੇ ਆਪਣੇ ਨੈਣ ਨਕਸ਼ਾਂ ਨੂੰ ਤਿੱਖਾ ਅਤੇ ਪੁਰਸ਼ ਆਪਣੀ ਅਕਲ ਨੂੰ ਕੂਲਾ ਕਰ ਲੈਂਦੇ ਹਨ। ਮੁਸਕਰਾਉਣਾ ਬੁੱਲ੍ਹਾਂ ਦੀ ਦੂਜੀ ਉੱਤਮ ਵਰਤੋਂ ਦਾ ਸੰਕੇਤ ਹੈ। ਬੁੱਲ੍ਹਾਂ ਦੀ ਪਹਿਲੀ ਅਤੇ ਉੱਚਤਮ ਵਰਤੋਂ ਤਾਂ ਚੁੰਮਣਾ ਹੈ। ਤੀਜੀ ਵਰਤੋਂ ਚੰਗਾ ਬੋਲਣਾ ਹੈ ਅਤੇ ਦੁਰਵਰਤੋਂ ਗਾਲਾਂ ਕੱਢਣਾ ਹੈ। ਸਿਆਣੀ ਅਤੇ ਸੋਹਣੀ ਇਸਤਰੀ ਇੱਕ ਹੀ ਚੁੰਮਣ ਨਾਲ ਜਾਣ ਜਾਂਦੀ ਹੈ ਕਿ ਪੁਰਸ਼ ਕਿਤਨੇ ਕੁ ਪਿਆਰ ਵਿੱਚ ਹੈ। ਪਿਆਰ ਵਿੱਚ ਕਿਸੇ ਨੂੰ ਚੁੰਮਣ ਉਪਰੰਤ ਅੱਗੇ ਹੀ ਜਾਇਆ ਜਾ ਸਕਦਾ ਹੈ, ਪਿੱਛੇ ਨਹੀਂ ਮੁੜਿਆ ਜਾਂਦਾ। ਇਸਤਰੀ ਨੂੰ ਚੁੰਮਣ ਉਪਰੰਤ ਪੁਰਸ਼ ਦੇ ਵਿਹਾਰ ਵਿੱਚ ਕਾਹਲ ਪੈਦਾ ਹੋ ਜਾਂਦੀ ਹੈ, ਜਦੋਂ ਕਿ ਇਸਤਰੀ ਚਾਹੁੰਦੀ ਹੈ ਕਿ ਪੁਰਸ਼ ਜਲਦੀ ਤਾਂ ਕਰੇ ਪਰ ਕਾਹਲੀ ਨਾ ਕਰੇ। ਉਹ ਸੁਨੇਹਾ ਦਿੰਦੀ ਹੈ ਕਿ ਪਿਆਰ ਮਿਲੇਗਾ ਪਰ ਇੱਕਦਮ ਨਹੀਂ ਮਿਲੇਗਾ। ਚੁੰਮਣ ਵਿੱਚ ਭਵਿੱਖ ਦਾ ਸੁਨੇਹਾ ਹੁੰਦਾ ਹੈ। ਇਸ ਨਾਲ ਵਿਰੋਧਤਾ ਮੁੱਕ ਜਾਂਦੀ ਹੈ ਅਤੇ ਆਸ ਵੱਧ ਜਾਂਦੀ ਹੈ।
ਅਤੇ ਸੁੱਤੀਆਂ ਹਿੰਮਤਾਂ ਜਾਗ ਪੈਂਦੀਆਂ ਹਨ। ਵਿਸ਼ਰਾਮ ਚਿੰਨ੍ਹਾਂ ਦੀ ਭਾਸ਼ਾ ਵਿੱਚ ਚੁੰਮਣ ਕਈ ਵਾਰੀ ਪ੍ਰਸ਼ਨ ਚਿੰਨ੍ਹ ਅਤੇ ਕਈ ਵਾਰੀ ਵਿਸਮਕ ਚਿੰਨ੍ਹ ਹੁੰਦਾ ਹੈ। ਚੁੰਮਣਾ ਸਦੀਵਤਾ ਦਾ ਅਹਿਸਾਸ ਕਰਾਉਂਦਾ, ਅਤੀਤ ਦੇ ਦੁੱਖ ਭੁਲਾਉਂਦਾ ਅਤੇ ਭਵਿੱਖ ਦੀ ਚਿੰਤਾ ਮਿਟਾਉਂਦਾ ਹੈ। ਅਕਸਰ ਪੁਰਸ਼ ਇਸਤਰੀ ਨੂੰ ਚੁੰਮਦਾ ਹੈ, ਪਰ ਜਦੋਂ ਇਸਤਰੀ ਪੁਰਸ਼ ਨੂੰ ਚੁੰਮਦੀ ਹੈ ਤਾਂ ਉਹ ਐਲਾਨ ਵੀ ਕਰਦੀ ਹੈ ਕਿ ਤੂੰ ਮੈਨੂੰ ਪ੍ਰਵਾਨ ਹੈ। ਇੱਕ ਇਸਤਰੀ ਦੱਸ ਰਹੀ ਸੀ ਕਿ ਇੱਕ ਵਾਰੀ ਜਦੋਂ ਉਸਨੇ ਪ੍ਰੇਮੀ ਨੇ ਚਾਹਿਆ ਸੀ ਕਿ ਮੈਂ ਉਸਨੂੰ ਚੁੰਮ ਲਵਾਂ ਤਾਂ ਮੈਂ ਕਿਹਾ ਸੀ, ਨਹੀਂ, ਮੈਂ ਅਜਿਹਾ ਨਹੀਂ ਕਰ ਸਕਦੀ, ਕਿਉਂਕਿ ਮੇਰੀ ਮਾਂ ਨੇ ਰੋਕਿਆ ਸੀ ਕਿ ਪੁਰਸ਼ਾਂ ਨਾਲ ਅਜਿਹਾ ਵਿਹਾਰ ਨਹੀਂ ਕਰਨਾ। ਉਹ ਉਦਾਸ ਹੋ ਗਿਆ ਸੀ, ਪਰ ਮੈਂ ਉਸਨੂੰ ਜਾਣ ਨਾ ਦਿੱਤਾ। ਜਦੋਂ ਉਹ ਹੋਰ ਉਦਾਸ ਹੋ ਗਿਆ ਤਾਂ ਮੈਂ ਕਿਹਾ, ਮੇਰੀ ਨੇ ਮੈਨੂੰ ਰੋਕਿਆ ਸੀ, ਤੈਨੂੰ ਤਾਂ ਨਹੀਂ ਰੋਕਿਆ। ਅਤੇ ਮੇਰੀ ਗੱਲ ਸੁਣ ਕੇ ਉਹ ਪੋਰਸ ਤੋਂ ਸਿਕੰਦਰ ਬਣ ਗਿਆ ਸੀ। ਉਸਦਾ ਪਿਆਰ ਮੇਰੇ ਲਈ ਬੜਾ ਕੀਮਤੀ ਸੀ, ਕਿਉਂਕਿ ਵਿਹਾਰ ਦੇ ਪੱਖੋਂ ਉਹ ਬਾਦਸ਼ਾਹ ਸੀ, ਇਰਾਦਿਆਂ ਦੇ ਪੱਖੋਂ ਉਹ ਜਰਨੈਲ ਸੀ, ਗਿਆਨ ਦੇ ਪੱਖੋਂ ਉਹ ਸੰਤ ਸੀ, ਉਹ ਇੱਕ ਫਿਲਾਸਫਰ ਵਾਂਗ ਸਾਊ ਸੀ, ਅਤੇ ਤਿਆਗ ਦੇ ਪੱਖੋਂ ਉਹ ਸੰਨਿਆਸੀ ਸੀ, ਅਤੇ ਉਸ ਵਿੱਚ ਉਹ ਸਭ ਕੁਝ ਸੀ ਜੋ ਇਸਤਰੀ ਨੂੰ ਪੁਰਸ਼ ਵਿੱਚ ਚੰਗਾ ਲੱਗਦਾ ਹੈ। ਉਸਨੇ ਮੇਰੀ ਜ਼ਿੰਦਗੀ ਵਿੱਚ ਇੱਕ ਟਿਕਾਓ ਲੈ ਆਂਦਾ ਸੀ। ਗੱਲ ਅਜੇ ਨੈਣਾਂ ਵਿੱਚ ਹੀ ਸੀ, ਬੁੱਲ੍ਹਾਂ 'ਤੇ ਨਹੀਂ ਸੀ ਆਈ। ਮੈਂ ਅਚਾਨਕ ਹੀ ਉਸ ਦੀ ਮੁਸਕਰਾਹਟ ਵਿੱਚ ਡਿੱਗ ਪਈ ਅਤੇ ਮੇਰੀ ਜ਼ਿੰਦਗੀ ਸੰਵਰ ਗਈ। ਮੈਂ ਉਸ ਦੀ ਲੋ ਨਾਲ ਲਿਸ਼ਕ ਪਈ ਸਾਂ। ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਤੋਹਫ਼ਾ, ਆਪਣਾ ਕੁਆਰਾਪਣ, ਉਸ ਨੂੰ ਭੇਟ ਕੀਤਾ ਸੀ। ਮੈਨੂੰ ਆਪਣੇ ਫੈਸਲੇ 'ਤੇ ਅੱਜ ਵੀ ਮਾਣ ਹੈ। ਉਸ ਨੂੰ ਮਿਲ ਕੇ ਮੈਂ ਆਪਣੇ ਆਪ ਨੂੰ ਲੱਭ ਲਿਆ ਸੀ। ਉਹ ਹਨੇਰੀ ਸੀ ਅਤੇ ਮੈਂ ਰੇਤ ਦਾ ਟਿੱਬਾ ਸਾਂ। ਉਸ ਦੀ ਜ਼ਿੰਦਗੀ ਵਿੱਚ ਦੁੱਖ, ਮਜਬੂਰੀਆਂ ਅਤੇ ਮਾਯੂਸੀਆਂ ਸਨ, ਪਰ ਉਸ ਤੋਂ ਸੋਹਣੀ ਅਤੇ ਭਰਪੂਰ ਜ਼ਿੰਦਗੀ ਜਿਉਣ ਦਾ ਸੁਨੇਹਾ ਮਿਲਦਾ ਸੀ। ਉਸ ਦੇ ਮੁਸਕਰਾਉਂਦੇ ਚਿਹਰੇ ਨੂੰ ਤਾਂ ਮੈਂ ਹਨੇਰੇ ਵਿੱਚ ਵੀ ਪਛਾਣ ਸਕਦੀ ਸਾਂ। ਮੁਸਕਰਾਹਟ ਵਿੱਚ ਸੰਜੀਦਗੀ ਹੁੰਦੀ ਹੈ। ਇਹ ਸੰਜੀਦਗੀ ਮੁਸਕਰਾਹਟ ਨੂੰ ਦਿਲਕਸ਼ ਬਣਾਉਂਦੀ ਹੈ। ਸਿਆਣੀਆਂ ਅਤੇ ਸੋਹਣੀਆਂ ਇਸਤਰੀਆਂ ਨੇ ਸੰਜੀਦਗੀ ਦਾ ਵਟਣਾ ਮਲਿਆ ਹੁੰਦਾ ਹੈ। ਹਾਸੇ ਨੂੰ ਸੁਣਿਆ ਜਾਂਦਾ ਹੈ, ਮੁਸਕਰਾਹਟ ਵੇਖੀ ਜਾਂਦੀ ਹੈ। 35 ਕੁ ਸਾਲ ਦੀ ਉਮਰ ਵਿੱਚ ਮੁਸਕਰਾਹਟ ਦਾ ਜੋਬਨ ਸਿਖਰ 'ਤੇ ਹੁੰਦਾ ਹੈ। ਸੁੰਦਰਤਾ ਕੁਦਰਤ ਦਿੰਦੀ ਹੈ, ਅਕਲ ਨੂੰ ਮਨੁੱਖ ਮਿਹਨਤ ਕਰਕੇ ਆਪ ਕਮਾ ਲੈਂਦੇ ਹਨ। ਸਿਆਣੇ ਪੁਰਸ਼ ਥੋੜ੍ਹੇ ਜਿਹੇ ਗਵਾਚੇ ਜਿਹੇ ਲੱਗਦੇ ਹਨ, ਜਿਵੇਂ ਉਹਨਾਂ ਦਾ ਕੋਈ ਕੀਮਤੀ ਵਿਚਾਰ ਗੁੰਮ ਗਿਆ ਹੋਵੇ। ਵਿਦਵਾਨਾਂ ਵਿੱਚ ਕੁਝ ਪੜ੍ਹਦਿਆਂ ਕੋਈ ਅੰਤਰਝਾਤ ਮਿਲਣ ਉੱਤੇ ਇਕੱਲਿਆਂ ਮੁਸਕਰਾਉਣ ਦੀ ਆਦਤ ਪੈ ਜਾਂਦੀ ਹੈ, ਅਤੇ ਕਲਾਕਾਰਾਂ ਅਤੇ ਕਵੀਆਂ ਵਿੱਚ ਮੁਸਕਰਾਉਣ ਅਤੇ ਰੋਣ ਦੋਹਾਂ ਦੀ ਬਿਰਤੀ ਭਾਰੂ ਹੋ ਜਾਂਦੀ ਹੈ। ਮੁਸਕਰਾਉਣਾ ਅਤੇ ਰੋਣਾ ਵੱਖਰੇ ਕਾਰਜ ਹਨ, ਪਰ ਇਹਨਾਂ ਵਿੱਚ ਕੋਈ ਵਿਰੋਧ ਨਹੀਂ। ਅੰਦਰੋਂ ਇਹ ਇੱਕ ਦੂਜੇ ਨਾਲ ਜੁੜੇ ਹੋਏ ਹਨ। ਰੋਣ ਦੇ ਸਰੋਤ ਅਤੇ ਕੇਂਦਰ ਵੱਖਰੇ ਹਨ, ਅੰਦਾਜ਼, ਉਦੇਸ਼ ਅਤੇ ਪ੍ਰਭਾਵ ਵੀ ਵੱਖਰੇ ਹਨ, ਪਰ ਫਿਰ ਵੀ ਇਹ ਇੱਕ ਦੂਜੇ ਦੇ ਨੇੜੇ ਹਨ। ਇਹਨਾਂ ਦਾ ਰਿਸ਼ਤਾ ਸਿੱਧ ਪੁੱਠ ਵਾਲਾ ਹੈ। ਹੱਸਣ ਮੁਸਕਰਾਉਣ ਨਾਲ ਸਿਹਤ ਠੀਕ ਰਹਿੰਦੀ ਹੈ, ਰੋਣ ਨਾਲ ਦਿਲ ਦੇ ਜ਼ਖਮ ਭਰ ਜਾਂਦੇ ਹਨ। ਜਿਹੜੇ ਮੁਸਕਰਾਉਂਦੇ ਰਹਿੰਦੇ ਹਨ ਉਹ ਬਿਮਾਰ ਨਹੀਂ ਪੈਂਦੇ, ਜਿਹੜੇ ਰੋ ਲੈਂਦੇ ਹਨ ਉਹ ਜਲਦੀ ਠੀਕ ਹੋ ਜਾਂਦੇ ਹਨ। ਰੋਣਾ ਕਮਜ਼ੋਰੀ ਨਹੀਂ, ਇਹ ਸੁਹਿਰਦਤਾ ਦੀ ਤਾਕਤ ਦਾ ਪ੍ਰਗਟਾਵਾ ਹੈ। ਇੱਕ ਲੇਖਿਕਾ ਦੱਸ ਰਹੀ ਸੀ ਕਿ ਉਹ ਦਿਨ ਵਿੱਚ ਇੱਕ ਵਾਰੀ ਤਾਂ ਜ਼ਰੂਰ ਰੋਂਦੀ ਹੈ, ਇਸ ਕਰਕੇ ਨਹੀਂ ਕਿ ਉਹ ਉਦਾਸ ਹੁੰਦੀ ਹੈ, ਸਗੋਂ ਇਸ ਕਰਕੇ ਕਿ ਕੁਦਰਤ ਕਿਤਨੀ ਸੋਹਣੀ ਹੈ ਅਤੇ ਜ਼ਿੰਦਗੀ ਕਿਤਨੀ ਛੋਟੀ ਹੈ। ਹੱਸਣ ਅਤੇ ਰੋਣ ਵਿੱਚ ਅੰਦਰੋਂ ਹਵਾ ਅਤੇ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ। ਹਵਾ ਅਤੇ ਪਾਣੀ ਜ਼ਿੰਦਗੀ ਦਾ ਆਧਾਰ ਹਨ। ਕੁਦਰਤ ਵਿੱਚ ਵੀ ਕਈ ਵਾਰੀ ਧੁੱਪ ਵੀ ਨਿਕਲਦੀ ਹੁੰਦੀ ਹੈ ਅਤੇ ਮੀਂਹ ਵੀ ਪੈ ਰਿਹਾ ਹੁੰਦਾ ਹੈ। ਫਰਾਂਸ ਵਿੱਚ ਬੁੱਤ ਵੀ ਮੁਸਕਰਾਉਂਦੇ ਹਨ। ਫਰਾਂਸ ਨੇ ਇਸਤਰੀ ਜਾਤੀ ਨੂੰ ਲਿਪਸਟਿਕ ਦਾ ਤੋਹਫ਼ਾ ਦੇ ਕੇ ਮੁਸਕਰਾਹਟ ਵਿੱਚ ਰੌਣਕ ਭਰ ਦਿੱਤੀ ਹੈ। ਥਾਈਲੈਂਡ ਦੇ ਵਾਸੀ ਸੰਸਾਰ ਵਿੱਚ ਸਭ ਤੋਂ ਵੱਧ ਮੁਸਕਰਾਉਂਦੇ ਹਨ, ਕਿਉਂਕਿ ਉੱਥੇ ਨਾ ਮੁਸਕਰਾਉਣਾ ਧਰਮ ਦੇ ਵਿਰੁੱਧ ਅਤੇ ਬਦਸ਼ਗਨੀ ਸਮਝਿਆ ਜਾਂਦਾ ਹੈ। ਚੀਨੀ, ਜਾਪਾਨੀ ਇਸਤਰੀਆਂ ਨੂੰ ਗੁੱਸੇ ਵਿਖਾਈ ਦੇਣ ਵਾਸਤੇ ਉਚੇਚ ਕਰਨਾ ਪੈਂਦਾ ਹੈ। ਉਹਨਾਂ ਦੀਆਂ ਅੱਖਾਂ ਹਰ ਵੇਲੇ ਮੁਸਕਰਾਉਂਦੀਆਂ ਰਹਿੰਦੀਆਂ ਹਨ। ਯੂਰਪ ਅਤੇ ਅਮਰੀਕਾ ਵਿੱਚ ਅਜਨਬੀਆਂ ਨੂੰ ਮੁਸਕਰਾ ਕੇ ਮਿਲਣ ਦਾ ਰਿਵਾਜ ਹੈ।
ਭਾਰਤ ਵਿੱਚ ਮੁਸਕਰਾਹਟ ਕੇਵਲ ਜਾਣੂ ਨੂੰ ਹੀ ਪਰੋਸੀ ਜਾਂਦੀ ਹੈ। ਜਦੋਂ ਹਰ ਵੇਲੇ ਮੁਸਕਰਾਉਂਦੇ ਚਿਹਰੇ ਨੂੰ ਕਿਸੇ ਵੇਲੇ ਬਿਨਾਂ ਮੁਸਕਰਾਹਟ ਵੇਖਿਆ ਜਾਵੇ ਤਾਂ ਉਹ ਦੋ ਵੱਖਰੇ ਚਿਹਰੇ ਪ੍ਰਤੀਤ ਹੁੰਦੇ ਹਨ। ਮੁਸਕਰਾਹਟ ਵਿੱਚ ਪਛਾਣਨ ਦਾ ਜਾਦੂ ਹੈ। ਪਿਆਰੇ ਵੱਲੋਂ ਪਛਾਣ ਲਏ ਜਾਣ ਨਾਲ ਹੀ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। ਇੱਕ ਵਾਰ ਇੱਕ ਫਿਲਮ ਵਿੱਚ ਬੇਘਰੇ, ਨਿਰਾਸ਼, ਉਦਾਸ, ਗਰੀਬ ਲੋਕਾਂ ਦਾ ਦ੍ਰਿਸ਼ ਫਿਲਮਾਇਆ ਜਾਣਾ ਸੀ। ਡਾਇਰੈਕਟਰ ਦਾ ਨੁਮਾਇੰਦਾ ਬਸਤੀ ਦੇ ਗਰੀਬ, ਮਾਯੂਸ, ਉਦਾਸ ਲੋਕਾਂ ਨੂੰ ਅਗਲੀ ਸਵੇਰ ਤਿਆਰ ਰਹਿਣ ਲਈ ਦੱਸ ਆਇਆ। ਜਦੋਂ ਸਵੇਰੇ ਫਿਲਮੀ ਅਮਲਾ ਪਹੁੰਚਿਆ ਤਾਂ ਅਮਲੇ ਵਾਲੇ ਵੇਖ ਕੇ ਹੈਰਾਨ ਹੋ ਗਏ, ਕਿਉਂਕਿ ਉਹ ਗਵਾਚੇ ਲੋਕ ਰਾਤੋਂ ਰਾਤ ਧੋਤੇ ਕੱਪੜੇ ਪਹਿਨੀ ਸਾਫ਼ ਸੁਥਰੇ ਬਣ ਕੇ ਮੁਸਕਰਾਉਂਦੇ ਚਿਹਰਿਆਂ ਨਾਲ ਉਡੀਕ ਕਰ ਰਹੇ ਸਨ। ਫਿਲਮ ਵਿੱਚ ਉਹਨਾਂ ਨੂੰ ਪਛਾਣ ਮਿਲਣੀ ਸੀ ਅਤੇ ਪਛਾਣ ਨੇ ਉਹਨਾਂ ਦੇ ਚਿਹਰੇ ਮੁਸਕਰਾਹਟਾਂ ਨਾਲ ਚਮਕਾ ਦਿੱਤੇ ਸਨ। ਪਛਾਣ ਮਿਲ ਜਾਣ ਦੀ ਆਸ ਨਾਲ ਉਹਨਾਂ ਨੂੰ ਆਪਣੀ ਗਰੀਬੀ ਦਾ ਨਹੀਂ, ਆਪਣੇ ਇਨਸਾਨ ਹੋਣ ਦਾ ਅਹਿਸਾਸ ਹੋ ਰਿਹਾ ਸੀ। ਮੁਸਕਰਾਹਟ ਵਿੱਚ ਇਨਸਾਨੀਅਤ ਦੀ ਝਲਕ ਹੁੰਦੀ ਹੈ। ਇਨਸਾਨੀਅਤ ਹੀ ਉਹ ਮੁਸਕਰਾਹਟ ਉਪਜਾਉਂਦੀ ਹੈ। ਇੱਕ ਵਾਰ ਇੱਕ ਮਜ਼ਦੂਰ ਦਾ ਸਾਈਕਲ ਦੇ ਪਿੱਛੇ ਟਿਕਾਇਆ ਰੋਟੀ ਦਾ ਡੱਬਾ ਡਿੱਗ ਪਿਆ। ਉਹ ਸੜਕ ਉੱਤੇ ਆਪਣਾ ਡੁੱਲਿਆ ਨਿੱਕ ਸੁੱਕ ਇਕੱਠਾ ਕਰ ਹੀ ਰਿਹਾ ਸੀ ਕਿ ਟਰੱਕ ਆਉਂਦਾ ਵੇਖ ਕੇ ਉਹ ਪਰੇ ਹੋ ਗਿਆ। ਟਰੱਕ ਦੇ ਡਰਾਈਵਰ ਨੇ ਵੇਖ ਲਿਆ ਸੀ। ਉਸਨੇ ਟਰੱਕ ਰੋਕਿਆ ਅਤੇ ਮੁਸਕਰਾ ਕੇ ਮਜ਼ਦੂਰ ਨੂੰ ਇਸ਼ਾਰਾ ਕੀਤਾ ਕਿ ਉਹ ਆਪਣੀਆਂ ਚੀਜ਼ਾਂ ਸਾਂਭ ਲਵੇ। ਜਿਹੜੇ ਵੇਖ ਰਹੇ ਸਨ ਉਹ ਮਹਿਸੂਸ ਕਰ ਰਹੇ ਸਨ ਕਿ ਡਿੱਗਿਆ ਡੱਬਾ ਸੀ, ਪਰ ਚੁੱਕੀ ਇਨਸਾਨੀਅਤ ਗਈ ਸੀ। ਇਸ ਸੰਸਾਰ ਵਿੱਚ ਤੁਹਾਡੀ ਸਭ ਤੋਂ ਚੰਗੀ ਸੇਵਾ ਇਹ ਹੈ ਕਿ ਨਿੰਦਾ ਤੋਂ ਮੁਕਤ ਹੋਵੋ, ਸਰਬੱਤ ਦਾ ਭਲਾ ਸੋਚੋ ਅਤੇ ਮੁਸਕਰਾਓ। ਹਰ ਕੋਈ ਪ੍ਰਸੰਨ ਮੁਸਕਰਾਉਂਦੇ ਵਿਅਕਤੀ ਨੂੰ ਮਿਲਣਾ ਚਾਹੁੰਦਾ ਹੈ, ਕਿਉਂਕਿ ਪ੍ਰਸੰਨ ਮੁਸਕਰਾਉਂਦੇ ਵਿਅਕਤੀ ਚੰਗੀਆਂ ਸੂਚਨਾਵਾਂ ਹੀ ਦਿੰਦੇ ਹਨ। ਜ਼ਿੰਦਗੀ ਦਾ ਉਦੇਸ਼ ਅਮੀਰ ਹੋਣਾ ਨਹੀਂ, ਪ੍ਰਸੰਨ ਹੋਣਾ ਹੈ। ਇਹ ਸੋਝੀ ਬਹੁਤ ਧਨ ਕਮਾਉਣ ਮਗਰੋਂ ਉਪਜੀ ਨਿਰਾਸ਼ਤਾ ਵਿੱਚੋਂ ਪ੍ਰਾਪਤ ਹੁੰਦੀ ਹੈ। ਮੁਸਕਰਾਹਟ ਚੰਗੀ ਸਿਹਤ ਦਾ ਸੰਕੇਤ ਹੈ ਅਤੇ ਜਿਸ ਦੀ ਸਿਹਤ ਚੰਗੀ ਹੈ ਉਸ ਦਾ ਹਰ ਦਿਨ ਤਿਉਹਾਰ ਹੁੰਦਾ ਹੈ। ਕਹਿੰਦੇ ਹਨ, ਬੱਚਾ ਮਿਲੇ ਮੁਸਕਰਾ ਕੇ ਵੇਖੋ, ਬੱਚੇ ਪਿਆਰ ਦੀ ਭਾਸ਼ਾ ਸਮਝਦੇ ਹਨ। ਬਜ਼ੁਰਗ ਮਿਲੇ ਧਿਆਨ ਦਿਓ, ਉਹ ਮੁਸਕਰਾ ਕੇ ਅਸੀਸ ਦੇਣਗੇ। ਬਿਮਾਰ ਮਿਲੇ ਹਾਲ ਪੁੱਛੋ, ਬਿਮਾਰ ਆਪਣਾ ਹਾਲ ਦੱਸ ਕੇ ਅਰੋਗ ਮਹਿਸੂਸ ਕਰਦੇ ਹਨ ਅਤੇ ਮੁਸਕਰਾਹਟ ਨਾਲ ਧੰਨਵਾਦ ਕਰਦੇ ਹਨ। ਕੋਈ ਇਕੱਲਾ ਹੈ, ਉਸ ਕੋਲ ਬੈਠੋ, ਤੁਹਾਡੀ ਮੁਸਕਰਾਹਟ ਉਸ ਦੀ ਉਦਾਸੀ ਨੂੰ ਧੋ ਦੇਵੇਗੀ। ਕੋਈ ਕਮਜ਼ੋਰ ਹੈ, ਉਸ ਨੂੰ ਮੁਸਕਰਾ ਕੇ ਹੱਲਾਸ਼ੇਰੀ ਦਿਓ, ਬਾਕੀ ਸਭ ਕੁਝ ਉਸ ਕੋਲ ਪਹਿਲਾਂ ਹੀ ਹੁੰਦਾ ਹੈ। ਮੁਸਕਰਾਹਟ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਦੀ ਕੋਈ ਲਾਗਤ ਨਹੀਂ, ਪਰ ਇਸ ਦਾ ਸਭਨੀ ਥਾਈਂ ਲਾਭ ਹੀ ਲਾਭ ਹੈ। ਤੁਸੀਂ ਮੁਸਕਰਾਉਣ ਦੇ ਪਹਿਲਾਂ ਹੀ ਅਨੇਕਾਂ ਅਵਸਰ ਗਵਾ ਚੁੱਕੇ ਹੋ। ਹੋ ਸਕਦਾ ਹੈ ਕੱਲ੍ਹ ਮੁਸਕਰਾਉਣ ਦਾ ਮੌਕਾ ਹੀ ਨਾ ਮਿਲੇ ਅਤੇ ਪਛਤਾਉਣਾ ਪਵੇ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।